ਜਗਮੋਹਨ ਸਿੰਘ ਪੱਟੀ ਐਡਵੋਕੇਟ ਦਿਲ ਦੀਆਂ ਗੱਲਾਂ YouTube ਚੈਨਲ ਤੇ ਤੁਹਾਡੇ ਨਾਲ ਅੱਜ ਕੋਈ ਸਾਂਝਾਂ ਫੇਰ ਪਾਉਣ ਲੱਗਿਆ। ਤੁਹਾਡੀਆਂ ਨਿੱਤ ਦੀਆਂ ਸਾਂਝਾਂ ਜਿਹੜੀਆਂ ਜੇ ਇਹ ਅੱਜ ਪੈਣ ਲੱਗੀਆਂ ਜੇ, ਇਸ ਗੱਲ ਦਾ ਰੱਖਿਓ ਜੇ ਧਿਆਨ। ਤੁਹਾਡੀ ਜੇਬ ਨੂੰ ਕੌਣ ਖੌਰਾ ਲਾ ਰਿਹਾ, ਤੁਹਾਡੀ ਜੇਬ ਕੌਣ ਵੱਢ ਰਿਹਾ? ਸਰਕਾਰ ਤਾਂ ਵੱਢ ਹੀ ਰਹੀ ਹੈ। GST ਵੀ ਲਾ ਕੇ ਹਰ ਗੱਲ ਤੇ ਜੇ ਤੁਸੀਂ ਨਿੱਛ ਮਾਰ ਦਿਓ ਸਿਰਫ ਉਹਦੇ ਤੇ ਨਹੀਂ ਜੇ GST ਲੱਗਣਾ, ਬਾਕੀ ਸਾਰੀਆਂ ਚੀਜ਼ਾਂ ਤੇ ਲੱਗਣਾ ਜੇ। ਤੇ ਜੇ ਤੁਹਾਡੀਆਂ ਜਿਹੜੀਆਂ ਬਾਕੀ ਰਹਿੰਦੀਆਂ ਖੁੰਦੀਆਂ ਜੇਬਾਂ ਦੇ ਵਿੱਚ ਕੋਈ 2-4 ਸਿੱਕੇ ਬਚ ਗਏ ਨੇ, ਉਹ ਤੁਸੀਂ ਲੋਨ ਦੇ ਵਿੱਚ ਆ ਕੇ ਤੇ ਆਪਣੇ ਲੋਨ ਜਿਹੜੇ ਨੇ ਫਾਈਨਾਂਸ ਕੰਪਨੀਆਂ ਤੋਂ ਲੈ ਕੇ, ਕੋਈ ਕਾਰਾਂ ਲਈ ਲੈ ਕੇ, ਕੋਈ ਸਕੂਟਰਾਂ ਲਈ ਲੈ ਕੇ, ਕੋਈ ਘਰ ਲਈ ਲੈ ਕੇ, ਤੁਸੀਂ ਆਪਣਾ ਜਿਹੜਾ ਫਾਈਨੈਂਸ਼ੀਅਲ ਬੈਕਬੋਨ ਉਹਨੂੰ ਜਿਹੜੀ ਹੈ ਕਮਜ਼ੋਰ ਨਾ ਹੋਣ ਦਿਓ। ਇਹ ਮੇਰੀ ਬੇਨਤੀ ਹੈ ਤੁਹਾਨੂੰ। ਇੱਕ ਗੱਲ ਕਰਨ ਲੱਗਿਆ, ਬਤੌਰ 39 ਸਾਲ ਤੋਂ ਮੈਂ ਵਕਾਲਤ ਕਰਦਾ ਤੇ ਵਕਾਲਤ ਦੇ ਵਿੱਚ ਜੋ ਸਿੱਖਿਆ ਅੱਜ ਮੈਂ ਤੁਹਾਡੇ ਨਾਲ ਉਹੀ ਗੱਲ ਕਰਨ ਲੱਗਿਆ। ਕੁਝ ਲੋਕ ਇੱਕ ਛੋਟੀ ਜਿਹੀ ਗੱਲ ਕਰਨ ਲੱਗਿਆ, ਗੱਡੀ ਦਾ ਲੋਨ ਲੈ ਲੈਂਦੇ ਆ 4 ਵੀਲਰ ਦਾ। ਉਸ 4 ਵੀਲਰ ਦੇ ਲੋਨ ਦੇ ਵਿੱਚ ਤੁਹਾਡੇ ਤੋਂ ਫਾਈਨਾਂਸ ਕੰਪਨੀ ਜਿਹੜੀ ਹੈ, ਪ੍ਰਾਈਵੇਟ ਫਾਈਨਾਂਸ ਕੰਪਨੀ ਦੀ ਗੱਲ ਕਰਨ ਲੱਗਿਆ। ਹਾਂਜੀ, ਪ੍ਰਾਈਵੇਟ ਫਾਈਨਾਂਸ ਕੰਪਨੀ ਜਿਹੜੀ ਹੈ ਉਹ ਤੁਹਾਡੇ ਤੋਂ ਬਲੈਂਕ ਚੈੱਕ ਲੈਂਦੀ ਹੈ, ਤੁਹਾਡੇ ਤੋਂ ਕਈ ਡਾਕੂਮੈਂਟ ਸਾਈਨ ਕਰਾ ਲੈਂਦੀ ਹੈ। ਔਰ ਤੁਸੀਂ ਕਦੀ ਪੜ੍ਹੇ ਨੇ ਉਹ ਡਾਕੂਮੈਂਟ? ਨਹੀਂ ਨਾ ਪੜ੍ਹੇ, ਬੌਂਦਲ ਗਏ ਉਹ ਹੁਣੇ ਹੀ। ਇੰਨੀ ਗੱਲ ਸੁਣ ਕੇ ਹੀ ਬੌਂਦਲ ਨਹੀਂ ਸੀਗਾ, ਇਹ ਹਾਲਾਤ ਹੀ ਐਸੇ ਸੀ। ਕਿਉਂਕਿ ਇਹ ਜਿਹੜੀ ਬੌਂਦਲਾਹਟ ਹੈ ਇਹ ਜਿਹੜੀ ਤੁਹਾਡੀ ਹੈ ਕੰਟੀਨਿਊਡ ਉਨੀ ਦੇਰ ਤੱਕ ਰਹੇਗੀ ਜਦੋਂ ਤੱਕ ਕੰਪਨੀ ਲੋਨ ਲੈਣ ਤੋਂ ਬਾਅਦ ਵੀ NOC ਨਹੀਂ ਦਿੰਦੀ ਤੁਹਾਨੂੰ। ਤੇ ਫਿਰ ਤੁਹਾਨੂੰ ਚੱਕਰ ਲਾਣੇ ਪੈਂਦੇ ਨੇ, ਕਿੱਥੋਂ ਦੇ? ਕੰਪਨੀ ਦੇ। ਨਹੀਂ ਤਾਂ ਫਿਰ ਤੁਸੀਂ ਕਾਨੂੰਨੀ ਨੋਟਿਸ ਦਿੰਦੇ ਹੋ ਜਾਂ ਤੁਸੀਂ ਕੋਈ ਕੇਸ ਕਰਦੇ ਹੋ। ਇੱਕ ਗੱਲ ਤੁਹਾਨੂੰ ਮੈਂ ਦੱਸ ਦਿਆਂ, ਜੇ ਤੁਹਾਡੀ ਕੋਈ ਵੀ ਕਿਸ਼ਤ ਡਿਫਾਲਟ ਹੋ ਗਈ ਹੈ, ਕੰਪਨੀ ਤੁਹਾਡੇ ਤੋਂ ਕੈਸ਼ ਪੇਮੈਂਟ ਲੈ ਲੈਂਦੀ ਹੈ ਵਿਦ ਪੈਨਲਟੀ, ਵੀ ਤੁਹਾਡਾ ਚੈੱਕ ਡਿਸਓਨਰ ਹੋ ਗਿਆ ਜੀ, ਲਿਆਓ ਫੜਾਓ ਇੰਨੇ ਪੈਸੇ। ਤੁਸੀਂ ਧਿਆਨ ਦਿਓ ਇਮਾਨਦਾਰੀ ਨਾਲ, ਕਿਉਂਕਿ ਤੁਸੀਂ ਸ਼ਾਂਤੀ ਪਸੰਦ ਤੇ ਅਮਨ ਪਸੰਦ ਹੋ। ਤੁਸੀਂ ਆਪਣੀ ਰੋਟੀ ਨੂੰ ਕਿਸੇ ਤਰ੍ਹਾਂ ਵੀ ਖਰਾਬ ਨਹੀਂ ਕਰਨਾ ਚਾਹੁੰਦੇ ਇਸ ਝੰਜਟ ਦੇ ਵਿੱਚ ਪੈ ਕੇ ਵੀ ਕੰਪਨੀ ਨਾਲ ਕੋਈ ਵੀ ਗੱਲ ਗਲਤ ਹੋਵੇ। ਕੰਪਨੀ ਤੁਹਾਡਾ ਇਸੇ ਗੱਲ ਦਾ ਨਜਾਇਜ਼ ਫਾਇਦਾ ਉਠਾਉਂਦੀ ਹੈ। ਹਾਂ, ਪ੍ਰਾਈਵੇਟ ਫਾਈਨਾਂਸਰਸ ਦੀ ਮੈਂ ਗੱਲ ਕਰ ਰਿਹਾ, ਜਿਹਦੇ ਵਿੱਚ ਕਈ ਫਾਈਨਾਂਸਰਸ ਨੇ, ਮੈਂ ਬਿਨਾਂ ਨਾਮ ਲੈ ਕਹਿ ਰਿਹਾ, ਔਰ ਉਹਦੇ ਵਿੱਚ ਵੱਡੇ ਵੱਡੇ ਜਿਹੜੇ ਨੇ ਫਿਲਮ ਸਟਾਰ ਆ ਕੇ ਉਹਨਾਂ ਦੀ ਐਡਵਰਟਾਈਜ਼ਮੈਂਟ ਕਰਦੇ ਨੇ। ਬਿਲਕੁਲ ਇਸ਼ਾਰਾ ਠੀਕ ਸਮਝਿਆ ਤੁਸੀਂ ਮੇਰਾ, ਬਿਲਕੁਲ ਠੀਕ ਸਮਝਿਆ ਇਸ਼ਾਰਾ ਤੁਸੀਂ ਮੇਰਾ। ਸੋਨੇ ਦੇ ਅਗੇਂਸਟ ਤੁਹਾਨੂੰ ਲੋਨ ਮਿਲਦਾ, ਘਰ ਦੇ ਅਗੇਂਸਟ ਤੁਹਾਨੂੰ ਲੋਨ ਮਿਲਦਾ। ਹਰ ਥਾਂ ਤੇ ਤੁਹਾਡੀ ਜਿਹੜੀ ਹੈ ਲੁੱਟ ਖਸੁੱਟ ਦਾ ਬਾਜ਼ਾਰ ਜਿਹੜਾ ਗਰਮ ਹੈ। ਔਰ ਉਹ ਕੰਪਨੀ ਜਿਹੜੀ ਹੈ ਤੁਹਾਡੇ ਤੋਂ ਕਿਸ਼ਤ ਲੈਣ ਦੇ ਬਾਵਜੂਦ ਵੀ, ਜੇ ਮੰਨ ਲਓ ਤੁਹਾਡਾ 8 ਲੱਖ ਦਾ ਲੋਨ ਹੈ ਗੱਡੀ ਦਾ, ਤੇ 8 ਲੱਖ ਰੁਪਏ ਦਾ ਜਾਂ 7 ਲੱਖ ਰੁਪਏ ਦਾ ਉਹ ਜਿਹੜਾ ਬਲੈਂਕ ਚੈੱਕ ਉਹਨਾਂ ਕੋਲ ਪਿਆ ਉਹ ਲਾ ਦਿੰਦੇ ਨੇ। ਫਿਰ ਉਹ ਡਿਸਓਨਰ ਹੋ ਜਾਂਦਾ। ਜਦੋਂ ਤੁਹਾਡੀ ਆਊਟਸਟੈਂਡਿੰਗ ਹੀ ਕੋਈ ਨਹੀਂ, ਜਦੋਂ ਤੁਹਾਡੀ ਆਊਟਸਟੈਂਡਿੰਗ ਹੀ ਕੋਈ ਨਹੀਂ, ਕੋਈ ਦੇਣਦਾਰ ਹੀ ਨਹੀਂ ਹੈ ਫਾਈਨਾਂਸ ਕੰਪਨੀ ਨੂੰ, ਤੇ ਕੰਪਨੀ ਨੇ ਜ਼ਰੂਰਤ ਕੀਤੀ ਤੇ ਕੀਤੀ ਕਿਵੇਂ? ਕਿਉਂਕਿ ਕੰਪਨੀ ਨੂੰ ਪਤਾ ਹੈ ਉਹਨਾਂ ਨੇ ਕੋਰਟ ਵਿੱਚ ਕੇਸ ਲਾ ਦੇਣਾ, ਤੇ ਕੋਰਟ ਨੇ ਅੱਖਾਂ ਬੰਦ ਕਰਕੇ ਸਟੇਟਮੈਂਟ ਲੱਗੀ ਹੋਈ ਨੂੰ ਵੀ ਨਹੀਂ ਦੇਖਣਾ ਕਿ ਇਸ ਬੰਦੇ ਦਾ ਜੇ ਕੋਈ ਦੇਣਦਾਰੀ ਨਹੀਂ ਹੈਗੀ, ਤੇ ਭਾਈ ਸਾਹਿਬ ਤੁਸੀਂ ਕੇਸ ਕਿਵੇਂ ਲਾਇਆ? ਜੇ ਤੁਸੀਂ ਕੇਸ ਕਿਵੇਂ ਲਾਇਆ ਇਸ ਚੀਜ਼ ਨੂੰ ਨਹੀਂ ਦੇਖਣਾ ਕੋਰਟ ਨੇ ਇਹ ਦੇਖਣਾ, ਓ ਹੋ ਚੈੱਕ ਡਿਸਓਨਰ ਹੋ ਗਿਆ, ਕੈਸ਼ ਨਹੀਂ ਹੋਇਆ, ਇਸ ਲਈ ਆਫੈਂਸ ਬਣ ਗਿਆ। ਕਦੀ ਕੋਰਟ ਨੇ ਇਹ ਸੋਚਣ ਦਾ, ਜਾਂ ਵਕੀਲ ਸਾਹਿਬ ਨੇ ਕੇਸ ਦਾਖਲ ਕਰਨ ਵੇਲੇ, ਜਾਂ ਕੰਪਨੀ ਨੇ ਇਹ ਜਿਹੜਾ ਕੇਸ ਕਰਨ ਵੇਲੇ ਇਸ ਗੱਲ ਨੂੰ ਧਿਆਨ ਵਿੱਚ ਨਹੀਂ ਲਿਆਂਦਾ ਕਿ ਬੈਲੈਂਸ ਜਿਹੜੀ ਸ਼ੀਟ ਅਸੀਂ ਲਾ ਰਹੇ ਹਾਂ ਉਹਦੇ 'ਚ ਨੋ ਡਿਊ ਹੈ, ਆਊਟਸਟੈਂਡਿੰਗ ਕੋਈ ਨਹੀਂ, ਬਰਾਬਰ ਚੱਲ ਰਿਹਾ ਹੈ ਸਾਰਾ ਕੁਛ। ਫਿਰ ਅਸੀਂ ਕੇਸ ਕਿਸ ਚੀਜ਼ ਦਾ ਲਾ ਰਹੇ ਹਾਂ? ਤੇ ਕੋਰਟ ਵੀ ਫਟਾਫਟ ਸੰਮਨ ਜਾਰੀ ਕਰ ਦਿੰਦੀ ਹੈ। ਮੈਂ ਤੁਹਾਨੂੰ ਆਪਣੇ ਤਜਰਬੇ ਦੀ ਗੱਲ ਦੱਸਣ ਲੱਗਿਆ। ਉਹਦੇ ਵਿੱਚ ਇਹ ਚੀਜ਼ ਹੋਈ, ਇੱਕ ਕੇਸ ਵਿੱਚ ਮੈਂ ਪੈਰਵਾਈ ਕਰ ਰਿਹਾ ਸਾਂ, ਤੇ ਮੈਂ ਜੱਜ ਸਾਹਿਬ ਨੂੰ ਕਿਹਾ, ਮੈਂ ਕਿਹਾ ਜੱਜ ਸਾਹਿਬ ਜੇ ਦੇਣਦਾਰੀ ਕੋਈ ਨਹੀਂ ਸਾਡੀ, ਤੇ ਇਹ ਚੈੱਕ ਲੱਗਿਆ ਤੇ ਫਰਾਡ ਹੋਇਆ ਸਾਡੇ ਨਾਲ। ਜੱਜ ਸਾਹਿਬ ਕਹਿੰਦੇ ਜੀ ਮੈਂ ਤਾਂ ਚਾਰਜ ਲਾਣਾ, ਜੋ ਹੋਏਗਾ ਤੁਸੀਂ ਟਰਾਇਲ ਫੇਸ ਕਰ ਲਓ, ਉਹਦੇ ਵਿੱਚ ਤੁਸੀਂ ਦੱਸ ਦੇਣਾ ਕੀ ਹੈ। ਮੈਂ ਕਿਹਾ ਜੱਜ ਸਾਹਿਬ ਜੇ ਮੇਰੀ ਦੇਣਦਾਰੀ ਕੋਈ ਨਹੀਂ, ਇਹ ਚੈੱਕ ਇਹਨਾਂ ਗਲਤ ਲਾਇਆ, ਕੇਸ ਗਲਤ ਲਾਇਆ, ਤੇ ਫਿਰ ਤੁਸੀਂ ਕਿਸ ਚੀਜ਼ ਦਾ ਜਿਹੜਾ ਸਾਨੂੰ ਚਾਰਜ ਲਾ ਰਹੇ ਹੋ, ਇਹ ਤਾਂ ਦੱਸ ਦਿਓ, ਇਹ ਤਾਂ ਮੇਰਾ ਜਾਣਨਾ ਹੱਕ ਹੈ। ਕਹਿੰਦੇ ਜੀ ਨਹੀਂ ਮੈਂ ਚਾਰਜ ਲਾਣਾ। ਮੈਂ ਕਿਹਾ ਜੀ ਇੱਦਾਂ ਵੀ ਮੈਂ ਚਾਰਜ ਦੀ ਬਹਿਸ ਕਰਨੀ ਹੈ, ਤੇ ਤੁਸੀਂ ਉਸ ਬਹਿਸ ਦੇ ਉੱਤੇ ਆ ਕੇ
तो तुसी मेरे नाल जिहड़ी है जो भी गल है मैनू लिख के दे देना, अपना आर्डर पास कर देना, मैनू चंगा लगेगा, ठीक है, नहीं लगेगा मैं अगली कोर्ट ही चल जावांगा। जज साहब की दलेरी देखो, उन्होंने मेरी घट्टो घट्ट 20 पेज दे लिखे हुए जिहड़े बहसनामे सीगे उन्हां नूं रिजैक्ट कर दिता, जिहड़े सुप्रीम कोर्ट दीयां जजमेंटां ते बेस्ड सीगे वो रिजैक्ट कर दिते ते आर्डर पास कर दिता, लो जी हुण चार्ज लवाओ। मैं उस ऑर्डर की जिहड़ी है रिकॉलिंग पा दी जज साहब कोल भी, जज साहब तुसीं ये जिहड़ियां जजमेंटां ने सुप्रीम कोर्ट दीयां तुसीं उन्हां दे उत्ते कोई गौर नहीं फरमाया, इन्हां नूं गौर फरमाया जाए, क्योंकि सुप्रीम कोर्ट दी एक जजमेंट ये कहंदी है कि जे तुसीं कोई केस दे विच कोई पॉइंट रेस कीता, आर्गू कीता, उस पॉइंट नूं तुसीं दोबारा जिहड़ा उसे कोर्ट में जाके ध्यान में लियाओ, ये नहीं कि तुसीं अगली कोर्ट ही फटाफट भज्जे जाओ। ये 2008 विच ये कानून आया सी मानयोग सुप्रीम कोर्ट का, और जदों 2008 विच कानून आया है तो अज किन्ने साल हो गए ने, 12-13 साल हो गए ने, इस कानून दीयां धज्जियां किवें उड़ रही हैं रब दे बंदा सहे। क्योंकि ये मनुवादी जिहड़ियां अदालतां ने, ये मनुवादियां अदालतां मैं क्यों कह रहा, क्योंकि ये अपना दिमाग नहीं चलादियां, मानयोग सुप्रीम कोर्ट के जिहड़े जजमेंट ने, फैसले ने, उन्हां दा ध्यान नहीं रखदियां, और जिहड़े सबऑर्डीनेट जुडिशरी के जज ने उन्हां विच इन्नी जरूरत है ये गल कहण दी, असीं सुप्रीम कोर्ट नूं नहीं मनदे। क्यों नहीं मनदे बई? जदों संविधान के आर्टिकल 141 के मुताबिक सुप्रीम कोर्ट की हर जजमेंट जिहड़ी है एक कानून है दे लॉ ऑफ लैंड मन्निया गया, तो वो लॉ ऑफ लैंड दे विच तुसीं नहीं आउंदे, तुसीं भी जज हो, तुसीं भी भारत के जिहड़े हो नागरिक हो, तुसीं भी उस दायरे ही चाहते हो। जे तुसीं नहीं मनदे तो फिर 1972 विच सुप्रीम कोर्ट ने यह कहा सीगा, 1972 सुप्रीम कोर्ट 2466 विच यह कहा सीगा, मानयोग सुप्रीम कोर्ट ने भी जे किसी भी चीज़ नूं कोई भी जज हुक्म अदूली करता है या किसी तरह भी है वो डिसमिस हो सकता है। उड़ीसा कैडर का जिहड़ा 23 साल की स्टैंडिंग वाला जुडिशियल ऑफिसर सी उसनूं डिसमिस होना पिया सी। अज मानयोग सुप्रीम कोर्ट अपने फैसलिਆਂ नूं नहीं बचा सकती। अज तुसीं देख रहे हो IT एक्ट 66A जिहड़ा मानयोग सुप्रीम कोर्ट ने रद्द कर दिता गया, और देश के कई पुलिस थानिਆਂ ਦੇ ਵਿੱਚ 66A ਜਿਹੜਾ IT एक्ट ਉਹਦੇ मुताबिक परचे दर्ज हो रहे ने। अज भी खबरां आईयां, कल भी आईयां, परसों भी आईयां सन भी मानयोग सुप्रीम कोर्ट ने स्टेटां तो ब्यौरा मंगिया। मानयोग सुप्रीम कोर्ट जे थोड़ी जी हिम्मत करती सारे चीफ सैकटरीआं नूं ते सारे मुख मंत्रियां नूं ते DGPआं नूं स्टेटां दिआं नूं कंटैंप्ट नोटिस जारी करती, दसदी मेरी ताकत की है, अपने आर्डरां दी हुक्म अदोली जिहड़ी है होण तो बचाण लई, तां मेरा ख्याल है अज ये हालात ना हुंदे। ये हालात लई जिम्मेदार कौन है? जिम्मेदार तुसी नहीं, तुसी थोड़े जे अपने हक्कां की पहचान करो। अज ये जिहड़ी वीडियो पा रहा मैं, ये तुहाडे हक्कां की पहचान की खातर है, इसलिए ये तुहाडे नाल जिक्र कर रहा। वो जिहड़ी है मैं अर्जी पा दी भी मानयोग सुप्रीम कोर्ट के हुक्म मुताबिक ये मैं जिहड़ी है पा रहा, क्योंकि ये मैं नुकते उठाए ने, तुसी इन्हां ते विचार करो, क्योंकि ये तुहाडे आर्डर दे विच विचार नहीं होया। मानयोग जज साहब ने मेरे जिहड़ा जिस सज्जन की मैं पैरवाई कर रहा सी उन्होंने एक्यूज़ कहते ने जिहड़ी ये भाषा इच। देखो जे वो सज्जन कोर्ट दे विच आया उन्होंने कोर्ट ने एक्यूज़ किवें गर्दान दिता? वो एक इज्जतदार सिटीजन है, उन्नी देर तक जिन्नी देर कोर्ट उन्होंने गिल्टी हेल्ड नहीं करती, दोषी करार नहीं देंदी, उन्नी देर वो एक्यूज़ नहीं। ये पहली जिहड़ी है कुताई हुंदी है सबऑर्डीनेट जुडिशरी च क्रिमिनल केसां हुंदी है कुताई, जिथे कि आम जिहड़ा शहरी है भावें वो किन्ना भी इज्जतदार होवे उन्होंने एक्यूज़ रखिया जाता है, एक्यूज़ लिखिया जाता है, उस दे नॉन बेलेबल वारंट जारी कर दिते। फिर सुप्रीम कोर्ट के हुक्मां की उलंघना की, क्योंकि सुप्रीम कोर्ट कहती है जदों नॉन बेलेबल वारंट गैर जमानती वारंट जिन्हों कहते हैं जारी करने हैं, उहदे लई गाइडलाइनस जिहड़ियां इंदिरा गोस्वामी के केस विच दित्तियां गईयां, उहदी भी कोई परवाह नहीं।
ਜੁਡੀਸ਼ੀਅਲ ਅਕੈਡਮੀਆਂ ਜਿਹੜੀਆਂ ਬਣੀਆਂ ਹੋਈਆਂ ਉਹਨਾਂ ਵਿੱਚ ਵੀ ਇਹ ਗੱਲ ਨਹੀਂ ਦੱਸੀ ਜਾਂਦੀ। ਮੈਂ ਇੱਕ ਗੱਲ ਜੁਡੀਸ਼ੀਅਲ ਅਕੈਡਮੀ ਦੇ ਵਿੱਚ ਡਾਇਰੈਕਟਰ ਸਾਹਿਬ ਨੂੰ ਕਹੀ, ਡਾਇਰੈਕਟਰ ਸਾਹਿਬ ਅੱਜ ਮੈਂ ਇਸ ਕੰਮ ਲਈ ਆਇਆ ਵੀ ਮੈਨੂੰ ਇਹ ਦੱਸਿਆ ਜਾਏ ਜਿਹੜੇ ਮਾਨਯੋਗ ਜੱਜਾਂ ਦੀ ਟ੍ਰੇਨਿੰਗ ਹੁੰਦੀ ਹੈ ਉਸ ਟ੍ਰੇਨਿੰਗ ਦੇ ਵਿੱਚ ਉਹਨਾਂ ਨੂੰ ਹਿਊਮਨ ਰਾਈਟਸ ਦਾ ਜਿਹੜਾ ਚੈਪਟਰ ਪੜ੍ਹਾਇਆ ਜਾਂਦਾ ਜਾਂ ਨਹੀਂ ਪੜ੍ਹਾਇਆ ਜਾਂਦਾ। ਤਾਂ ਡਾਇਰੈਕਟਰ ਸਾਹਿਬ ਕਹਿਣ ਲੱਗੇ ਵੀ ਤੂੰ ਮੈਨੂੰ ਇਹ ਨਾ ਪੁੱਛ ਚਾਹ ਪੀ ਤੇ ਜਾ, ਇਹ ਕੋਈ ਆਨਸਰ ਨਹੀਂ ਹੈ। ਮੈਂ ਉਹਨੂੰ ਕਿਹਾ, ਮੈਂ ਕਿਹਾ ਜੱਜ ਸਾਹਿਬ ਜਦੋਂ ਵੀ ਕੋਈ ਹੁਕਮ ਕੋਈ ਵੀ ਜੱਜ ਤੁਹਾਡਾ ਪਾਸ ਕਰਦਾ, ਦੋ ਧਿਰਾਂ ਦੇ ਵਿੱਚੋਂ ਜੇ ਕੋਈ ਜੁਡੀਸ਼ੀਅਸ ਆਰਡਰ ਪਾਸ ਨਹੀਂ ਹੋਇਆ ਜਿਹਨੂੰ ਅਸੀਂ ਕਹਿ ਸਕਦੇ ਹਾਂ ਵੀ ਪ੍ਰੋਪਰਲੀ ਪਾਸ ਨਹੀਂ ਹੋਇਆ, ਆਰਡਰ ਮਾਨਯੋਗ ਸੁਪਰੀਮ ਕੋਰਟ ਦੇ ਮੁਤਾਬਕ ਕਾਨੂੰਨ ਦੇ ਮੁਤਾਬਕ ਪਾਸ ਨਹੀਂ ਹੋਇਆ, ਉਸ ਪਾਰਟੀ ਦੇ ਮਨੁੱਖੀ ਅਧਿਕਾਰਾਂ ਦਾ ਹਨਨ ਹੋ ਜਾਂਦਾ। ਤੇ ਉਹ ਡਾਇਰੈਕਟਰ ਸਾਹਿਬ ਜੁਡੀਸ਼ੀਅਲ ਅਕੈਡਮੀ ਦੇ ਮੈਨੂੰ ਜਵਾਬ ਨਹੀਂ ਦੇ ਸਕੇ। ਉਹਨਾਂ ਨੇ ਇਹ ਵੀ ਨਹੀਂ ਦੱਸਿਆ ਕਿ ਹਿਊਮਨ ਰਾਈਟਸ ਦਾ ਚੈਪਟਰ ਪੜ੍ਹਾਇਆ ਜਾਂਦਾ ਜਾਂ ਨਹੀਂ ਪੜ੍ਹਾਇਆ ਜਾਂਦਾ ਜਾਂ ਅੱਗੋਂ ਇੰਟਰੋਡਿਊਸ ਕਰ ਦਿੱਤਾ ਜਾਏਗਾ। ਤੁਸੀਂ ਫਿਰ ਦੇਖੋ ਨਾਨ ਬੇਲੇਬਲ ਵਾਰੰਟਸ ਤੋਂ ਬਾਅਦ ਉਸ ਸਾਹਿਬ ਨੂੰ ਪ੍ਰੋਕਲੇਮਡ ਅਫੈਂਡਰ ਡਿਕਲੇਅਰ ਕਰ ਦਿੱਤਾ ਗਿਆ। ਮੇਰੀ ਕੋਈ ਗੱਲ ਨਹੀਂ ਸੁਣੀ, ਸੁਪਰੀਮ ਕੋਰਟ ਦੀ ਕੋਈ ਗੱਲ ਨਹੀਂ ਸੁਣੀ। ਮੈਂ ਇਹ ਸਾਰੀ ਗੱਲ ਜਿਹੜੀ ਹੈ ਲਿਖ ਕੇ ਮਾਨਯੋਗ ਹਾਈ ਕੋਰਟ ਦੇ ਧਿਆਨ ਵਿੱਚ ਲਿਆਂਦੀ ਵੀ ਜੱਜ ਸਾਹਿਬ ਨੇ ਆਹ ਕੰਮ ਕੀਤਾ, ਆਹ ਸਾਰੀ ਫਾਈਲ ਹੈ। ਵਿਜੀਲੈਂਸ ਜੱਜ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਹਾਈ ਕੋਰਟ ਦੇ ਵਿੱਚ ਬੈਠਦੇ ਨੇ, ਉਹਨਾਂ ਦੇ ਧਿਆਨ ਗੋਚਰੇ ਵੀ ਲਿਆਂਦੀ ਇਹ ਗੱਲ। ਅਜੇ ਤੱਕ ਉਸ ਦੀ ਮੈਨੂੰ ਜਿਹੜੀ ਹੈ ਕੰਪਲੇਂਟ ਦੀ ਕੋਈ ਸੂ ਜਾਂ ਕੋਈ ਕੁਛ ਅਜੇ ਤੱਕ ਪਤਾ ਨਹੀਂ ਲੱਗਿਆ, ਕੋਈ ਮੇਰੇ ਕੋਲ ਉਹਦਾ ਕੋਈ ਗੱਲ ਨਹੀਂ ਆਇਆ। ਲੇਕਿਨ ਚੀਜ਼ ਇਹ ਹੈ ਜਦੋਂ ਮੈਂ 340 ਦੀ ਪ੍ਰੋਸੀਡਿੰਗ ਸ਼ੁਰੂ ਕੀਤੀ ਵੀ ਇਸ ਕੰਪਨੀ ਨੇ ਆਪ ਮੰਨਿਆ ਝੂਠਾ ਐਫੀਡੇਵਿਟ ਦਿੱਤਾ ਹੈ, ਕੋਰਟ ਨਾਲ ਫਰਾਡ ਕੀਤਾ, ਮੇਰੇ ਨਾਲ ਫਰਾਡ ਕੀਤਾ। ਔਰ ਇੰਡੀਅਨ ਬੈਂਕ ਵਰਸਸ ਸਤਿਅਮ ਫਾਈਬਰ ਦੇ ਕੇਸ ਵਿੱਚ ਸੁਪਰੀਮ ਕੋਰਟ ਨੇ ਇਹ ਗੱਲ ਕਹੀ ਸੀਗੀ ਕਿ ਫਰਾਡ ਜੇ ਹੁੰਦਾ ਜਾਂ ਕੋਈ ਆਰਡਰ ਪਾਸ ਹੁੰਦਾ ਤੇ ਫਰਾਡ ਐਂਡ ਜਸਟਿਸ ਨੈਵਰ ਡਵੈਲਪ ਟੁਗੈਦਰ। ਤੇ ਉਹ ਜਦੋਂ ਇਹ ਚੀਜ਼ ਮੈਂ ਧਿਆਨ ਵਿੱਚ ਲਿਆਂਦੀ, ਮਾਨਯੋਗ ਸੁਪਰੀਮ ਕੋਰਟ ਦੇ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਵਿਜੀਲੈਂਸ ਦੇ ਧਿਆਨ ਵਿੱਚ ਲਿਆਂਦੇ ਵੀ ਇਹ ਮਾਨਯੋਗ ਸੁਪਰੀਮ ਕੋਰਟ ਦੇ ਆਰਡਰ ਨੇ, ਇਹ ਮੇਰੇ ਨਾਲ ਫਰਾਡ ਹੋਇਆ, ਇਸ ਲਈ ਇਹ 340 ਦੀ ਪ੍ਰੋਸੀਡਿੰਗ ਸ਼ੁਰੂ ਕੀਤੀ ਜਾਏ। ਤੇ ਮਾਨਯੋਗ ਜੱਜ ਸਾਹਿਬ ਨੇ ਕਿਹਾ 2 ਵਜੇ ਆ ਜਾਣਾ। ਮੈਂ 2 ਵਜੇ ਚਲਾ ਗਿਆ। 2 ਵਜੇ ਜਦੋਂ ਗਿਆ ਮੈਂ ਤੇ ਮੈਨੂੰ ਜੱਜ ਸਾਹਿਬ ਨੇ ਇਹ ਕਿਹਾ ਜੀ ਕੰਪਨੀ ਨੇ ਕੇਸ ਵਾਪਸ ਲੈ ਲਿਆ ਤੇ ਤੁਸੀਂ ਆਪਣੀ ਕੰਪਲੇਂਟ ਵਾਪਸ ਲੈ ਲਓ। ਵੇਖੋ ਕਿੱਡਾ ਵੱਡਾ ਜਿਹੜਾ ਜੱਜ ਸਾਹਿਬ ਜਿਹੜਾ ਪੱਖ ਪੂਰ ਰਹੇ ਨੇ ਇਸ ਚੀਜ਼ ਦਾ। ਮੈਂ ਕਿਹਾ ਜੀ ਕੰਪਨੀ ਨੇ ਕੇਸ ਵਾਪਸ ਲਿਆ ਨਾ ਕਿਉਂਕਿ ਇਹ ਝੂਠਾ ਸੀ, ਮੇਰੀ 340 ਦੀ ਕੰਪਲੇਂਟ ਬਣਦੀ ਹੈ, ਇਸ ਨੂੰ ਕਰ ਲਓ, ਐਂਟਰਟੇਨ ਕਰ ਲਓ, ਜੋ ਫੈਸਲਾ ਹੋਏਗਾ ਮੈਨੂੰ ਮਨਜ਼ੂਰ ਹੈ। ਅੱਜ ਵੀ ਉਹ ਕੰਪਲੇਂਟ ਜਿਹੜੀ ਹੈ ਕੰਪਨੀ ਦੇ ਡਾਇਰੈਕਟਰਾਂ ਦੇ ਉੱਤੇ ਚੱਲਦੀ ਹੈ ਔਰ ਕੋਵਿਡ ਦੀ ਵਜ੍ਹਾ ਕਰਕੇ ਜਿਹੜਾ ਕੋਈ ਵੀ ਅਦਾਲਤੀ ਕੰਮ ਨਾ ਹੋਣ ਦੀ ਵਜ੍ਹਾ ਕਰਕੇ ਉਹਦੇ ਉੱਤੇ ਤਰੀਕ ਦਰ ਤਰੀਕ ਵੱਜਦੀ ਜਾਏ। ਔਰ ਇਹ ਜਿਹੜੇ ਨਿਆਂ ਨੇ ਕਿਵੇਂ ਤੇ ਕਿਸ ਤਰ੍ਹਾਂ ਦੇ ਹੋ ਰਹੇ ਨੇ, ਕੋਵਿਡ ਦੀ ਆੜ ਦੇ ਥੱਲੇ ਕਿੰਨੇ ਮਨੁੱਖੀ ਅਧਿਕਾਰਾਂ ਦਾ ਜਿਹੜਾ ਹਨਨ ਹੋ ਰਿਹਾ, ਇਸ ਨੂੰ ਨਾ ਕੋਈ ਜਾਣ ਸਕਦਾ ਨਾ ਕੋਈ ਪਹਿਚਾਣ ਸਕਦਾ। ਤੇ ਇਸ ਦੀ ਜਵਾਬਦੇਹੀ ਕੌਣ ਦੇਵੇਗਾ? ਨਾ ਤਾਂ ਸਾਡਾ ਲਾ ਮਿਨਿਸਟਰ ਆਫ ਇੰਡੀਆ ਦੇਵੇਗਾ, ਨਾ ਕੋਈ ਮਾਨਯੋਗ ਹਾਈ ਕੋਰਟ ਦੇ ਜੱਜ ਜਾਂ ਮਾਨਯੋਗ ਸੁਪਰੀਮ ਕੋਰਟ ਦੇ ਜੱਜ ਦੇਣਗੇ, ਤੇ ਨਾ ਹੀ ਉਹ ਸੰਬੰਧਿਤ ਕੋਰਟ ਦੇਗੀ ਜਿਹਦੀ ਵਜ੍ਹਾ ਕਰਕੇ ਇਹ ਕੇਸ ਡਿਲੇ ਹੋਇਆ। ਇਹ ਤੁਹਾਨੂੰ ਮੈਂ ਇੱਕ ਇਹ ਚੀਜ਼ ਦੱਸੀ ਹੈ, ਜਦੋਂ ਵੀ ਤੁਸੀਂ ਕੋਈ ਵੀ ਚੈੱਕ ਦਿਓਗੇ, ਖਾਲੀ ਚੈੱਕ ਹੈ ਨਾ, ਉਹ ਅਗੇਂਸਟ ਸਿਕਿਉਰਿਟੀ ਹੈ। ਜੇ ਤੁਹਾਡੀ ਕੋਈ ਦੇਣਦਾਰੀ ਨਹੀਂ ਬਣਦੀ ਕੰਪਨੀ ਤੇ, ਕੰਪਨੀ ਤੁਹਾਡੇ ਤੇ ਕੇਸ ਨਹੀਂ ਲਾ ਸਕਦੀ, ਕੰਪਨੀ ਤੁਹਾਡਾ ਚੈੱਕ ਇਸਤੇਮਾਲ ਨਹੀਂ ਕਰ ਸਕਦੀ। ਜੇ ਕੰਪਨੀ ਨੇ ਚੈੱਕ ਇਸਤੇਮਾਲ ਕੀਤਾ ਹੈ, ਪ੍ਰਾਈਵੇਟ ਫਾਈਨਾਂਸਰ ਨੇ ਚੈੱਕ ਇਸਤੇਮਾਲ ਕੀਤਾ ਤਾਂ ਉਹਦੇ ਉੱਤੇ ਜਿਹੜੀਆਂ ਇੰਡੀਅਨ ਪੀਨਲ ਕੋਡ ਦੀਆਂ ਕਈ ਧਾਰਾਵਾਂ ਜਿਹੜੀਆਂ ਲੱਗਦੀਆਂ ਔਰ ਉਸ ਦੇ ਮੁਤਾਬਕ ਜਿਹੜਾ ਕੋਰਟ ਦੇ ਵਿੱਚ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ, ਬਣਦੀ ਹੈ, ਕੋਰਟ ਦੇ ਵਿੱਚ ਕਾਰਵਾਈ ਕਰਨੀ ਬਣਦੀ ਹੈ। ਔਰ ਇਹ ਜਿਹੜੀਆਂ ਛੋਟੀਆਂ ਜਿਹੀਆਂ ਗੱਲਾਂ ਨੇ ਇਹਨਾਂ ਦਾ ਜ਼ਰੂਰ ਧਿਆਨ ਰੱਖੋ। ਗ੍ਰਾਹਕ ਜਾਗੋ, ਗ੍ਰਾਹਕ ਜਾਗੋ। ਮੈਂ ਤੁਹਾਨੂੰ ਇਹ ਕਹਾਂਗਾ, ਇਹ ਅੱਜ ਵੀਡੀਓ ਮੈਂ ਤੁਹਾਨੂੰ ਜਗਾਉਣ ਦੀ ਖਾਤਰ ਪਾਈ ਹੈ। ਆਪਣੇ ਮਨੁੱਖੀ ਅਧਿਕਾਰਾਂ ਦਾ ਹਨਨ ਨਾ ਹੋਣ ਦਿਓ, ਆਪਣੇ ਆਪ ਨਾਲ ਠੱਗੀ ਨਾ ਵੱਜਣ ਦਿਓ। ਤੇ ਜੇ ਕੋਈ ਤੁਹਾਨੂੰ ਐਸੀ ਕੋਈ ਗੱਲ ਤੁਹਾਡੇ ਨਾਲ ਕਰਦਾ ਤੇ ਫਿਰ ਚੀਜ਼ ਇਹ ਹੈ ਵੀ ਉਸ ਨੂੰ ਕਾਨੂੰਨੀ ਜਿਹੜੇ ਨੇ ਹੱਥ ਜ਼ਰੂਰ ਵਿਖਾਓ। ਇਹ ਮੇਰੀ ਬੇਨਤੀ ਹੈ ਤੁਹਾਨੂੰ। ਅੱਜ ਦੀ ਵੀਡੀਓ ਇੰਨੀ।
ਵੀਡੀਓ ਚੰਗੀ ਲੱਗੀ ਹੈ ਸ਼ੇਅਰ ਕਰਨਾ, ਸਬਸਕ੍ਰਾਈਬ ਕਰਨਾ, ਫੀਡਬੈਕ ਦੇਣਾ, ਔਰ ਇਹ ਤੁਹਾਡਾ ਆਪਣਾ ਚੈਨਲ ਹੈ, ਇਹਨੂੰ ਵੱਧ ਤੋਂ ਵੱਧ ਅੱਗੇ ਲੋਕਾਂ ਤੱਕ ਦੇਣਾ ਤਾਂ ਕਿ ਕੋਈ ਵੀ ਕੰਪਨੀਆਂ ਦੀ, ਪ੍ਰਾਈਵੇਟ ਫਾਈਨਾਂਸਰਾਂ ਦੀ ਠੱਗੀ ਦਾ ਸ਼ਿਕਾਰ ਨਾ ਹੋ ਸਕੇ। ਸਤਿ ਸ੍ਰੀ ਅਕਾਲ।